ਪੁੱਛਣਾ ਚਾਹ ਰਿਹਾ ਸੀ, ਗਰੇਵਾਲ ਸਾਹਿਬ ਜੁੜੇ ਨੇ, ਵਾਰ-ਵਾਰ ਬੀਜੇਪੀ ਇਹ ਕਹਿ ਰਹੀ ਹੈ ਕਿ ਤੁਸੀਂ ਆਪਣੇ ਮੈਂਬਰ ਹੀ ਨਹੀਂ ਦੇ ਰਹੇ। ਅੱਜ ਦਾ ਪ੍ਰੋਟੈਸਟ, ਉਹ ਕਹਿੰਦੇ ਪ੍ਰੋਟੈਸਟ ਤੇ ਇਸ ਲਈ ਹੁੰਦਾ ਵੀ ਜੇ ਸਰਕਾਰ ਮੰਨ ਨਾ ਰਹੀ ਹੋਵੇ, ਉਹ ਤੇ ਇਹਨਾਂ ਨੇ ਕਿਹਾ ਵੀ ਆਪਦੇ 3 ਬੰਦੇ ਦੇ ਦਿਓ, ਪਰ ਜਥੇਬੰਦੀਆਂ ਹੀ ਆਪਣੇ ਬੰਦੇ ਨਹੀਂ ਦੇ ਰਹੀਆਂ ਜਾਂ ਆਪਣੀ ਗੱਲ ਨਹੀਂ ਰੱਖਣਾ ਚਾਹੁੰਦੀਆਂ। ਕੀ ਕਹਿਣਾ ਤੁਹਾਡਾ ਇਸ ਬਾਰੇ? ਦੇਖੋ ਗੱਲ ਇਹ ਹੈ ਜੀ, ਗਰੇਵਾਲ ਸਾਹਿਬ ਨੂੰ ਵੀ ਚੰਗੀ ਤਰ੍ਹਾਂ ਪਤਾ ਕੋਈ ਇਹ ਨਹੀਂ ਹੈ ਵੀ ਇਹਨਾਂ ਨੂੰ ਕੋਈ ਪਤਾ ਨਹੀਂ। ਹਾਂਜੀ, ਲਗਾਤਾਰ ਬੀਜੇਪੀ ਜਿਹੜੀਆਂ ਮਤਲਬ ਲੰਬੜ ਚਾਲਾਂ ਜਾਂ ਮਤਲਬ ਚੁਸਤੀਆਂ ਚਲਾਕੀਆਂ ਮੋਰਚੇ ਦੇ ਦੌਰਾਨ ਵੀ ਕਰਦੀ ਰਹੀ ਹੈ। ਤੁਸੀਂ ਦੇਖਿਆ ਹੋਗਾ, ਤੁਹਾਡੇ ਯਾਦ ਹੋਏਗਾ ਇੱਕ ਵਾਰੀ ਉਹਨਾਂ ਨੇ ਸੁਪਰੀਮ ਕੋਰਟ ਦੀ ਕਮੇਟੀ ਦੀ ਗੱਲ ਵੀ ਚੱਲੀ ਸੀ ਜੀ, ਔਰ ਉਹ ਜਿਹੜੇ ਬੰਦੇ ਸੁਪਰੀਮ ਕੋਰਟ ਦੀ ਕਮੇਟੀ 'ਚ ਪਾਏ ਸੀ ਉਹ ਸਾਰੇ ਉਹ ਬੰਦੇ ਸੀ ਜਿਹੜੇ WTO ਦੇ ਹਮਾਇਤੀ ਦੇ ਨਾਲ ਕਾਨੂੰਨਾਂ ਦੇ ਪੱਖ 'ਚ ਖੜਦੇ ਰਹੇ ਨੇ। ਹੁਣ ਆ ਗਈ ਗੱਲ ਇਸ ਕਮੇਟੀ ਦੀ ਗੱਲ, ਅਸੀਂ ਇਹਨਾਂ ਨੂੰ ਬਾਰ-ਬਾਰ ਰਿਕੁਐਸਟ ਕਰ ਚੁੱਕੇ ਆ ਸਰਕਾਰ ਨੂੰ ਤੇ ਸਾਨੂੰ ਟਰਮਸ ਐਂਡ ਰੈਫਰੈਂਸਿਸ ਦਿਓ ਜੀ, ਸਾਨੂੰ ਪਤਾ ਤਾਂ ਲੱਗੇ ਕਿ ਕਮੇਟੀ ਕਿਹੋ ਜੀ ਹੋਏਗੀ, ਕਮੇਟੀ ਕਰੇਗੀ ਕੀ। ਚਾਈਨਾ ਨੇ ਸਾਨੂੰ ਬਾਰ-ਬਾਰ ਲੈਟਰ ਲਿਖਣ ਦੇ ਬਾਵਜੂਦ ਵੀ ਉਹ ਨਹੀਂ ਦਿੱਤੇ, ਤੇ ਜੇ ਉਹ ਨਹੀਂ ਦਿੱਤੇ ਤਾਂ ਹੁਣ ਇਹਨਾਂ ਦੀ ਜਿਹੜਾ ਨੋਟੀਫਿਕੇਸ਼ਨ ਕਰਦਾ, ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਕਲੀਅਰ ਕਰਤਾ, ਕਿਤੇ ਇੱਕ ਲਾਈਨ ਨਹੀਂ ਵਿੱਚ ਲਿਖੀ ਜੀ ਕਿ ਇਹ ਜਿਹੜੀ ਕਮੇਟੀ ਹੋਏਗੀ ਇਹ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਕੰਮ ਕਰੇਗੀ, ਇਹ ਨਹੀਂ ਕਿਤੇ ਲਿਖਿਆ। ਹੁਣ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਤੁਸੀਂ ਤਾਂ ਮੇਰੇ ਨਾਲ ਵੱਧ ਸਮਝ ਰੱਖਦੇ ਹੋ, ਗਰੇਵਾਲ ਸਾਹਿਬ ਸਿਆਣੇ ਨੇ, ਪੜ੍ਹੇ ਲਿਖੇ ਲੀਡਰ ਨੇ ਜੀ, ਇਹਨਾਂ ਨੂੰ ਇਹ ਪਤਾ ਇਸ ਗੱਲ ਦਾ ਕਿ ਜਿਹੜਾ ਨੋਟੀਫਿਕੇਸ਼ਨ ਜੇ ਲਿਖਿਆ ਹੀ ਨਹੀਂ ਕਿ ਇਹ ਕਿਸਾਨਾਂ ਲਈ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਤੇ ਕੰਮ ਕਰੇਗੀ, ਅਸੀਂ ਕਾਨੂੰਨੀ ਗਰੰਟੀ ਦੇਣ ਲਈ ਬਣਾਈ ਨਹੀਂ। ਮੈਂ ਅਗਲੀ ਮੇਰੀ ਗੱਲ ਤਾਂ ਪੂਰੀ ਹੋਣ ਦੇਣਾ ਜੀ। ਹਾਂਜੀ, ਅੱਛਾ, ਹੁਣ ਉਹ ਕਮੇਟੀ ਦੇ ਵਿੱਚੋਂ ਕੀ ਨਿਕਲੇਗਾ ਜੀ, ਜਿਹਦੇ ਚੋਂ ਗਰੰਟੀ ਦਾ ਕਾਨੂੰਨ ਬਣਨਾ ਹੀ ਨਹੀਂ। ਇੱਕ ਗੱਲ। ਨੰਬਰ 2, ਰਹਿੰਦਾ ਸਭ ਤੋਂ ਮਾਣਯੋਗ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਉਹ ਇਹਦੇ ਨੋਟੀਫਿਕੇਸ਼ਨ ਤੋਂ ਚੌਥੇ ਦਿਨ ਬਿਆਨ ਦੇ ਕੇ ਕੱਢਤਾ ਕਿ ਅਸੀਂ ਕਦੇ ਵੀ ਇਹਨਾਂ ਨੂੰ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਸਹਿਮਤੀ ਨਹੀਂ ਦਿੱਤੀ, ਕਦੇ ਅਸੀਂ ਕਿਹਾ ਹੀ ਨਹੀਂ। ਤੇ ਰੌਲਾ ਤਾਂ ਸਾਡਾ MSP ਦੀ ਗਰੰਟੀ ਦਾ ਕਾਨੂੰਨ ਲੈਣ ਦਾ। ਅਗਲੀ ਗੱਲ, ਮੈਂ ਮਾਣਯੋਗ ਸਾਡੇ ਪ੍ਰਧਾਨ ਮੰਤਰੀ ਜੀ ਜਾਂ ਸਾਡੇ ਸਤਿਕਾਰਯੋਗ ਵੀਰ ਹੈ ਜੀ, ਜੀ, ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਕਿ ਜਿਸ ਵੇਲੇ ਸਾਡੇ ਅੱਜ ਦੇ ਪ੍ਰਧਾਨ ਮੰਤਰੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ, ਇਹਨਾਂ ਦੀ ਚੇਅਰਮੈਨਸ਼ਿਪ ਦੇ ਥੱਲੇ ਇੱਕ ਕਮੇਟੀ ਬਣੀ ਸੀ ਔਰ ਉਹਦੀ ਰਿਕਮੈਂਡੇਸ਼ਨ ਪਈ ਹੈ ਕਿ MSP ਦੀ ਗਰੰਟੀ ਦਾ ਕਾਨੂੰਨ ਕਿਸਾਨਾਂ ਨੂੰ ਦਿੱਤਾ ਜਾਵੇ। ਮੈਂ ਕਹਿੰਦਾ ਇਹੀ ਰਿਕਮੈਂਡ ਕਰਨ ਵਾਲੇ ਨੇ, ਇਹਨਾਂ ਦੀ ਸਿਫਾਰਿਸ਼ ਹੈ, ਇਹੀ ਅੱਜ ਪਾਵਰ 'ਚ ਨੇ ਲਾਗੂ ਕਰਨ ਵਾਲੇ, ਉਹ ਲਾਗੂ ਕਰ ਦੇਣ, ਗੱਲ ਮੁੱਕੀ, ਕਹਾਣੀ ਖਤਮ, ਸਾਡੇ ਰੌਲੇ ਨਹੀਂ ਕੋਈ ਰਹਿੰਦਾ। ਕਮੇਟੀ ਦੀ ਕੀ ਲੋੜ ਹੈ? ਠੀਕ ਹੈ, ਜਵਾਬ ਲੈ ਲਈਏ ਆਪਾਂ ਜੁੜ ਜੀ। ਡੱਲੇਵਾਲ ਸਾਹਿਬ ਬਹੁਤ ਸੂਝਵਾਨ ਨੇ। ਮੈਂ ਇੱਕ ਚੀਜ਼ ਕਹਿਣਾ, ਇਹ ਕਹਿੰਦੇ ਆ ਵੀ ਕਮੇਟੀ ਦੇ ਬਾਰੇ ਕੀ ਕਮੇਟੀ ਹੈ, ਉਹਦੇ ਟਰਮਸ ਕੀ ਨੇ, ਉਹਦਾ ਨੋਟੀਫਿਕੇਸ਼ਨ ਬਕਾਇਦਾ ਆ ਚੁੱਕਿਆ ਭਾਰਤ ਸਰਕਾਰ ਦਾ, ਔਰ ਉਹ ਨੋਟੀਫਿਕੇਸ਼ਨ ਦੀ ਕਾਪੀ ਵੈਸੇ ਤਾਂ ਵਿਜੇਪਾਲ ਜੀ ਤੁਹਾਡੇ ਕੋਲ ਵੀ ਹੋਣੀ ਹੈ, ਮੈਂ ਤੁਹਾਨੂੰ ਭੇਜ ਦਿੰਦਾ, ਤੁਸੀਂ ਡੱਲੇਵਾਲ ਸਾਹਿਬ ਨੂੰ ਸਾਰਿਆਂ ਕੋਲ ਹੀ ਹੈ ਜੀ। ਉਹ ਤਾਂ ਕਹਿ ਰਹੇ ਆ ਵੀ ਉਹਦੇ ਚ ਇੱਕ ਮਿੰਟ ਗੱਲ ਸੁਣ ਲਓ ਕਿ ਉਹਦੇ ਚ ਖੇਤੀ ਦੇ ਲਾਗਤ ਖਰਚੇ 0 ਹੋਣ ਔਰ ਜਦੋਂ ਇਨਪੁਟਸ 0 ਹੋ ਜਾਣਗੀਆਂ ਤਾਂ ਲਾਭ ਵਾਲੀ ਖੇਤੀ ਆਪਣੇ ਆਪ ਹੋਏਗੀ। ਉਹਦੇ ਤੇ ਵਿਚਾਰ ਕੀ ਇਹ ਕਰਨਾ ਚਾਹੁੰਦੇ ਆ ਜਾਂ ਨਹੀਂ, ਉਹ ਜ਼ਰੂਰੀ ਹੈ ਜਾਂ ਨਹੀਂ। ਦੂਸਰਾ, ਜਿਹੜੀ ਇਸ ਵੇਲੇ MSP ਲਾਗੂ ਆ ਉਹ ਜਾਰੀ ਰਹੇਗੀ ਔਰ ਉਹਨੂੰ ਟਰਾਂਸਪੇਰੈਂਟ ਕਿੱਦਾਂ ਬਣਾਇਆ ਜਾਵੇ, ਉਹਦੇ ਜਿਹੜੀਆਂ ਖਾਮੀਆਂ ਨੇ ਕਿਵੇਂ ਦੂਰ ਕੀਤੀਆਂ ਜਾਣ, ਉਹ ਵੀ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ। ਉਹਦੇ 'ਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਉਹਦੇ 'ਚ ਕੀ ਹੈ, ਇੱਕ ਬੜੀ ਗੱਲ, ਕਿਸਾਨ ਨੂੰ ਉਹਦੀ ਪੈਦਾਵਾਰ ਦੀ ਕੀਮਤ ਠੀਕ ਕਿਉਂ ਨਹੀਂ ਮਿਲਦੀ। ਅੱਜ ਜ਼ਰੂਰਤਾਂ ਬਦਲ ਰਹੀਆਂ ਨੇ। ਪ੍ਰਧਾਨ ਮੰਤਰੀ ਜੀ ਦੀ ਇੱਛਾ ਹੈਗੀ ਆ ਕਿ ਇਹ ਸਾਰੇ ਕਿਸਾਨ ਬੈਠ ਕੇ ਵਿਚਾਰ ਕਰਨ ਅਧਿਕਾਰੀਆਂ ਨਾਲ ਕਿ ਸਪਲਾਈ ਐਂਡ ਡਿਮਾਂਡ, ਜਦੋਂ ਤੱਕ ਖੇਤੀ ਉਹਦੇ ਤੇ ਨਿਰਭਰ ਨਹੀਂ ਕਰੇਗੀ ਉਦੋਂ ਤੱਕ ਮੰਡੀ ਦੀ ਵਿਵਸਥਾ ਠੀਕ ਨਹੀਂ ਹੋਏਗੀ ਤੇ ਉਹ ਜ਼ਰੂਰਤਾਂ ਦੇ ਮੁਤਾਬਕ ਬੀਜੀ ਜਾਵੇ ਤਾਂ ਉਹਦੇ ਲਈ ਕੀ ਜ਼ਰੂਰੀ ਹੈ ਵਿਚਾਰ ਕਰਨਾ ਜਾਂ ਨਹੀਂ। ਇਹ ਸਾਰੀਆਂ ਚੀਜ਼ਾਂ, ਚਾਹੇ MSP ਲਾਗੂ ਵੀ ਹੋ ਜੇ, ਸਭ ਕੁਝ ਹੋ ਜੇ, ਹੋਰ MSP ਵੀ ਆ ਜੇ, ਜਦੋਂ ਤੱਕ ਇਹ ਚੀਜ਼ਾਂ ਨਹੀਂ ਹੋਣਗੀਆਂ ਉਦੋਂ ਤੱਕ ਲਾਭ ਵਾਲੀ ਖੇਤੀ ਨਹੀਂ ਹੋਏਗੀ, ਜਿੰਨੀ ਮਰਜ਼ੀ ਕੀਮਤ ਵਧਾ ਲਓ।
ਲਾਗਤ ਖਰਚੇ ਜ਼ੀਰੋ ਨਹੀਂ ਹੋਣਗੇ। ਤਾਂ ਡੱਲੇਵਾਲ ਸਾਹਿਬ ਨੂੰ ਮੈਂ ਇਹੀ ਪੁੱਛਦਾ ਕਿ ਇਹ ਚੀਜ਼ਾਂ ਕਰਨ ਲਈ ਡੱਲੇਵਾਲ ਸਾਹਿਬ ਜਾਂ ਬਾਕੀ ਕਿਸਾਨ ਸੰਗਠਨ ਜਿਹੜੇ ਆ ਉਹ ਚਾਹੁੰਦੇ ਆ ਕਿ ਇਹਦੇ ਤੇ ਕੋਈ ਚਰਚਾ ਹੋਵੇ ਜਾਂ ਨਾ ਹੋਵੇ। ਜੇ ਚਰਚਾ ਚਾਹੁੰਦੇ ਆ ਤਾਂ ਉਹਦੇ 'ਚ ਆਪਣੇ ਮੈਂਬਰ ਦੇਣ। ਚਾਹੁੰਦੇ ਹੋ ਡੱਲੇਵਾਲ ਸਾਹਿਬ, ਤੁਸੀਂ ਚਾਹੁੰਦੇ ਹੋ ਕਿ MSP ਤੋਂ ਇਲਾਵਾ ਵੀ ਬਾਕੀ ਚੀਜ਼ਾਂ ਤੇ ਚਰਚਾ? ਰੁਕਿਓ ਜੀ, ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਗਰੇਵਾਲ ਸਾਹਿਬ ਨੂੰ ਕਿ ਹਾਲਾਂਕਿ ਇਹ ਆਪ ਜ਼ਮੀਨ ਜਾਇਦਾਦ ਵਾਲੇ ਨੇ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੀਰੋ ਬਜਟ ਦੇ ਉੱਤੇ ਖੇਤੀ ਹੋ ਸਕਦੀ ਹੈ। ਜ਼ੀਰੋ ਬਜਟ ਖੇਤੀ ਹੁੰਦੀ ਨਹੀਂ ਕਦੇ। ਉਹਨੂੰ ਵਾਹੁਣਾ ਹੈ, ਉਹਦੇ 'ਚ ਬੀਜ ਪਾਉਣਾ ਹੈ, ਉਹਦੇ 'ਚ ਖਾਦ ਪਾਉਣੀ ਹੈ। ਉਹਨੂੰ ਬਹੁਤ ਕੀ ਕਰਾਂਗੇ ਤੁਸੀਂ ਜ਼ੀਰੋ ਬਜਟ ਖੇਤੀ ਦੇ ਵਿੱਚ ਵੱਧ ਤੋਂ ਵੱਧ ਇਹਦੇ 'ਚ ਖਾਦਾਂ ਘੱਟ ਪਾ ਦਿਓ, ਇਹਦੇ 'ਚ ਸਪਰੇਹਾਂ ਘੱਟ ਕਰ ਦਿਓ, ਇਹੋ ਜਿਹਾ ਕੁਛ ਹੀ ਹੋਊਗਾ ਨਾ। ਸਵਾਲ ਇਸ ਗੱਲ ਦਾ ਨਹੀਂ ਹੈ, ਅਸੀਂ ਐਗਰੀ ਇਹਨਾਂ ਗੱਲਾਂ ਨਾਲ ਕਿ ਕਿਸਾਨ ਦਾ ਖਰਚਾ ਕਰੇ ਘੱਟ। ਸਵਾਲ ਤਾਂ ਇਹ ਵੀ ਅਸੀਂ ਸਾਡੀ ਲੜਾਈ ਸੀ MSP ਦੀ ਗਰੰਟੀ ਦਾ ਕਾਨੂੰਨ ਬਣਵਾਉਣਾ, ਤੇ ਉਹਦੇ ਲਈ ਸਰਕਾਰ ਦੀ ਕਮਿਟਮੈਂਟ ਸੀ ਵੀ ਅਸੀਂ ਕਮੇਟੀ ਬਣਾਵਾਂਗੇ ਔਰ ਉਹ ਗਰੰਟੀ ਦਾ ਕਾਨੂੰਨ ਬਣਾਏਗੀ। ਅੱਜ ਸਰਕਾਰ ਨੇ ਆਪਦੇ ਨੋਟੀਫਿਕੇਸ਼ਨ ਦੇ ਵਿੱਚ ਕਿਤੇ ਇਹ ਗੱਲ ਮੈਂਸ਼ਨ ਨਹੀਂ ਕਿ ਇਹ ਕਮੇਟੀ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਤੇ ਕੰਮ ਕਰੇਗੀ। ਜ਼ੀਰੋ ਬਜਟ ਦੀ ਖੇਤੀ ਕਰਨ ਦੇ ਉੱਤੇ ਕੰਮ ਕਰੂਗੀ। ਲੈ ਦੱਸੋ, ਮੰਗ ਰਹੇ MSP ਦੀ ਗਰੰਟੀ ਦਾ ਕਾਨੂੰਨ। ਮੈਂ ਕਹਿੰਦਾ ਕਰਾਂ ਦੇ ਬਾਅਦ ਦੇ ਵਿੱਚ ਬਹਿ ਜਾਓ ਤੇ ਵੱਖਰੇ ਇਸ਼ੂ ਦੇ ਉੱਤੇ ਬਹਿ ਕੇ ਗੱਲ ਕੀਤੀ ਜਾ ਸਕਦੀ ਹੈ ਕਿ ਖਰਚਾ ਘਟੇ ਕਿਵੇਂ, ਖੇਤੀ ਦੇ ਖਰਚਾ ਕਿਵੇਂ ਘਟਾਇਆ ਜਾ ਸਕਦਾ ਹੈ। ਬਟ MSP ਦੀ ਗਰੰਟੀ ਦਾ ਕਾਨੂੰਨ ਮਿਲਣੇ ਦੇ ਕਿਸਾਨ ਨੂੰ ਜ਼ਰੂਰੀ ਹੈ ਨਾ। ਰੌਲਾ ਤਾਂ MSP ਦੀ ਗਰੰਟੀ ਦਾ ਕਾਨੂੰਨ ਲੈਣ ਦਾ ਹੈ, ਨਾ ਕਿ ਜ਼ੀਰੋ ਬਜਟ ਵਾਲੇ ਪਾਸੇ ਗੱਲ ਨੂੰ ਤਲਕਾਉਣ ਦਾ। ਸੋ ਇਸ ਕਰਕੇ ਪੋਲੀਟੀਕਲੀ ਗੇਮਾਂ ਨੇ ਜਿਹੜੀਆਂ ਬੀਜੇਪੀ ਸਾਡੀ ਕੇਂਦਰ ਸਰਕਾਰ ਖੇਡ ਰਹੀ ਹੈ। ਸੋ ਉਹਨੇ ਹਰਜੀਤ ਗਰੇਵਾਲ ਸਾਹਿਬ ਹੋਰੀ ਇਹ ਉਹਦਾ ਹਿੱਸਾ ਨੇ। ਇਹ ਆਪਦੀ ਸਰਕਾਰ ਦੇ ਆਪਦੀ ਪਾਰਟੀ ਦੇ ਖਿਲਾਫ ਕਿਵੇਂ ਬੋਲ ਸਕਦੇ ਆ ਜੀ? ਪਾਰਟੀ ਕੁਛ ਮਰਜ਼ੀ ਕਰਕੇ ਭੇਜ ਦੇਵੇ, ਇਹਦੇ ਤਾਂ ਉਸੇ ਤੇ ਇਹਨਾਂ ਨੇ ਜ਼ੋਰ ਦੇਈ ਜਾਣਾ। ਹੁਣ ਤੱਕ ਇਹ ਜ਼ੋਰ ਦੇਈ ਗਏ ਨੇ ਕਾਨੂੰਨ ਬਹੁਤ ਚੰਗੇ ਆ। ਜਿੱਦਾਂ ਡਿਬੇਟ ਹੁੰਦੀ ਸੀ ਇਸੇ ਗੱਲ ਤੇ ਜ਼ੋਰ ਲੱਗਦਾ ਸੀ ਕਾਨੂੰਨ ਬਹੁਤ ਚੰਗੇ ਆ ਜੀ, ਕਾਨੂੰਨ ਬਹੁਤ ਚੰਗੇ ਆ। ਸੋ ਆਪਦੀ ਸਰਕਾਰ ਦੇ ਖਿਲਾਫ ਜਾਣਾ ਇਹਨਾਂ ਲਈ ਤੁਸੀਂ ਅੱਜ ਦੇ ਸਰਕਾਰ ਦੇ ਸਗੋਂ ਚਾਹੀਦਾ ਹੈ ਤੁਸੀਂ ਡੱਲੇਵਾਲ ਸਾਹਿਬ ਠੀਕ ਕਰਨਾ। ਅੱਜ ਦੇ ਪ੍ਰਦਰਸ਼ਨ ਨੂੰ ਕਿਸ ਹਿਸਾਬ ਨਾਲ ਦੇਖਦੇ ਹੋ? ਤੁਹਾਡੀ ਜਥੇਬੰਦੀ ਸ਼ਾਇਦ ਸ਼ਾਮਲ ਨਹੀਂ ਹੋਈ ਅੱਜ ਦੇ ਪ੍ਰਦਰਸ਼ਨ 'ਚ, ਕੋਈ ਖਾਸ ਵਜ੍ਹਾ? ਨਹੀਂ, ਸਾਡੀ ਦੇਖੋ ਗੱਲ ਕੀ ਹੈ, ਸਾਡੀ ਜਥੇਬੰਦੀ ਸ਼ਾਮਲ ਹੋਣਾ ਨਾ ਹੋਣਾ ਇਹਦਾ ਮਤਲਬ ਇਹ ਨਹੀਂ ਕਿ ਪ੍ਰੋਟੈਸਟ ਗਲਤ ਹੈ ਜਾਂ ਸਾਡੀ ਸੀ ਮੰਗ ਛੱਡਤੀ। ਅਸੀਂ ਲੜਾਈ ਲੜ ਰਹੇ ਹਾਂ। ਅਸੀਂ 22 ਤਰੀਕ ਨੂੰ ਜੰਤਰ ਮੰਤਰ ਤੇ ਜਾ ਰਹੇ ਹਾਂ ਔਰ ਲੱਖਾਂ ਦੀ ਗਿਣਤੀ 'ਚ ਤੁਸੀਂ ਦੇਖੋਗੇ ਲੋਕ ਤੇ ਕਿਸਾਨ ਜਾਣਗੇ ਤੇ ਸਾਡੇ ਆਪਦੇ ਮਾੜੇ ਮੋਟੇ ਫਰਕ ਸ਼ਰਕ ਹੋਣ ਉਹ ਗੱਲ ਵੱਖਰੀ ਹੈ। ਲੇਕਿਨ ਇਹਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਮੰਗ ਛੱਡਤੀ ਜਾਂ ਲੜਾਈ ਛੱਡਤੀ। ਅੱਜ ਦੀ ਕਾਲ SKM ਵੱਲੋਂ ਨਹੀਂ ਸੀ? ਅੱਜ ਦੀ ਕਾਲ SKM ਵੱਲੋਂ ਨਹੀਂ ਸੀ? SKM ਵੱਲੋਂ ਕਾਲ ਸੀ ਜਿਹੜੀ ਜੀ, ਮੈਂ ਸਮਝਦਾ ਕਿ SKM ਦਾ ਜਿਹੜਾ ਇੱਕ ਵੱਡਾ ਹਿੱਸਾ ਜਿਹੜਾ ਚਾਹੁੰਦਾ ਸੀ ਕਿ SKM ਨਾਨ ਪੋਲੀਟੀਕਲ ਦਾ ਅਸੀਂ ਹੋਕਾ ਦੇ ਕੇ ਚੱਲੇ ਆ ਔਰ ਉਹ ਨਾਨ ਪੋਲੀਟੀਕਲ ਹੀ ਰੱਖਿਆ ਜਾਏ, ਇਹਨੂੰ ਰਾਜਨੀਤਿਕ ਰੰਗ ਨਾ ਦਿੱਤਾ ਜਾਏ। ਕੁਝ ਲੋਕਾਂ ਨੇ SKM ਨੂੰ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਅਸੀਂ ਆਪਦੇ ਉਸੇ ਸਿਧਾਂਤ ਤੇ ਜਿਹੜਾ ਸ਼ੁਰੂ ਚ ਲੈ ਕੇ ਚੱਲੇ ਸੀ ਅਸੀਂ ਉਸੇ ਤੇ ਚੱਲ ਰਹੇ ਹਾਂ। ਠੀਕ ਹੈ। ਪਰ ਇਸ ਕਰਕੇ ਸਾਨੂੰ ਉਸ ਦਿਨ ਜਿੱਦੇ ਪਹਿਲੇ ਕਾਲ ਦੇਣ ਦੀ ਗੱਲ ਆ ਰਹੀ ਸੀ ਅਸੀਂ ਵੀ ਇਹ ਕਾਲ ਦੇ ਵਿੱਚ ਹੋ ਸਕਦਾ ਸ਼ਾਮਲ ਹੋ ਜਾਂਦੇ, ਲੇਕਿਨ ਸਾਨੂੰ ਕੰਬੋਜ ਭਾਈਚਾਰੇ ਨੇ ਇੱਕ ਲਿਖਤੀ ਐਪਲੀਕੇਸ਼ਨ ਦਿੱਤੀ ਸੀ ਕਿ ਅੱਜ ਸ਼ਹੀਦ ਊਧਮ ਸਿੰਘ ਜੀ ਦਾ ਦਿਹਾੜਾ ਮਨਾਉਣਾ, ਅਸੀਂ ਕਿਰਪਾ ਕਰਕੇ ਇਸ ਦਿਨ ਦੇ ਉੱਤੇ ਕਿਸੇ ਤਰ੍ਹਾਂ ਦੀ ਰੋਡ ਵਗੈਰਾ ਜਾਂ ਰੇਲਵੇ ਟਰੈਕ ਵਗੈਰਾ ਜਾਮ ਨਾ ਕੀਤਾ ਜਾਏ, ਸਾਨੂੰ ਆਉਣਾ ਜਾਣਾ ਸੌਖਾ ਰਹੇ। ਉਹਨਾਂ ਦੀ ਸੁਵਿਧਾ ਨੂੰ ਧਿਆਨ 'ਚ ਰੱਖ ਕੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਉਹਨੂੰ ਧਿਆਨ 'ਚ ਰੱਖ ਕੇ ਅਸੀਂ ਅੱਜ ਸੁਨਾਮ ਦੇ ਨੇੜੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਆ। ਪੰਜਾਬ ਔਰ ਹਰਿਆਣੇ ਦੇ ਜਿਹੜਾ ਇਹ ਨਾਨ ਪੋਲੀਟੀਕਲ ਲਾਈਨ ਤੇ ਚੱਲਣ ਵਾਲਾ ਜਿਹੜਾ SKM ਦਾ ਚੈਪਟਰ ਉਹਨਾਂ ਨੇ ਪ੍ਰੋਗਰਾਮ ਇਹ ਕੀਤਾ। ਪਰ ਤੁਸੀਂ ਨਹੀਂ ਸਮਝਦੇ ਡੱਲੇਵਾਲ ਸਾਹਿਬ ਵੀ ਇਸ ਤਰੀਕੇ ਨਾਲ ਜੇ ਆਪਸ 'ਚ ਕੋਆਰਡੀਨੇਸ਼ਨ ਨਹੀਂ ਰਹੂਗੀ ਤਾਂ ਫਿਰ ਉਹਦਾ ਦਬਾਅ ਜਾਂ ਉਹਦਾ ਪ੍ਰਭਾਵ ਕੀ ਹੋਏਗਾ? ਕੀ ਫਿਰ ਇਹ ਬਾਕੀ ਜਥੇਬੰਦੀਆਂ ਨੇ ਨਹੀਂ ਸਮਝਿਆ ਵੀ ਅੱਜ ਜੇ ਫੰਕਸ਼ਨ ਸੀਗਾ ਤਾਂ ਕਾਹਦੇ ਵਾਸਤੇ ਫਿਰ ਇਹ ਰੱਖਣਾ ਸੀ? ਦੇਖੋ ਹੁਣ ਫਿਰ ਮੈਂ ਬੇਨਤੀ ਕਰਾਂ ਇਹ ਹੁਣ ਮਤਲਬ ਜਿਹੜੀ ਅਸੀਂ ਬੈਠੇ ਆ ਜਿਹੜੀਆਂ
75-80 ਜਥੇਬੰਦੀਆਂ ਜਿਨ੍ਹਾਂ ਦੇ ਕੋਲ ਇਹ ਉਹਨਾਂ ਨੇ ਅਪੀਲ ਕੀਤੀ, ਹੋ ਸਕਦਾ ਉਹਨਾਂ ਨੇ ਇਹਨਾਂ ਕੋਲ ਅਪੀਲ ਨਾ ਕੀਤੀ ਹੋਵੇ ਇਹਨਾਂ ਵੀਰਾਂ ਕੋਲ, ਹੋ ਸਕਦਾ ਉਹਨਾਂ ਕੋਲ ਅਪੀਲ ਨਾ ਪਹੁੰਚੀ ਹੋਵੇ, ਸਾਡੇ ਕੋਲ ਅਪੀਲ ਪਹੁੰਚੀ, ਅਸੀਂ ਉਹਨਾਂ ਦੀ ਮੰਨ ਲਈ। ਇਹ ਤਾਂ ਉਹਨਾਂ ਤੇ ਗੱਲ ਡਿਪੈਂਡ ਕਰਦੀ ਹੈ ਉਹਨਾਂ ਕੋਲ ਗਈ ਹੈ ਕਿ ਨਹੀਂ ਗਈ। ਸੋ ਗਰੇਵਾਲ ਸਾਹਿਬ, ਹੁਣ ਕੋਈ ਗੁੰਜਾਇਸ਼ ਹੈ ਅੱਗੇ ਜਿਹੜੀ ਗੱਲ ਡੱਲੇਵਾਲ ਸਾਹਿਬ ਕਰ ਰਹੇ ਨੇ, ਕੋਈ ਸਰਕਾਰ ਇਸ ਬਾਬਤ ਵਿਚਾਰ ਸਕਦੀ ਹੈ? ਦੇਖੋ, ਅਸੀਂ ਤਾਂ ਇਹਨਾਂ ਨੂੰ ਪ੍ਰਾਰਥਨਾ ਕਰਾਂਗੇ ਜੀ ਕਿ ਉਸ ਕਮੇਟੀ ਜਾ ਕੇ ਇਹਨਾਂ ਦੇ ਪ੍ਰਤੀਨਿਧੀ ਆਪਣੀ ਗੱਲ ਪੂਰੀ ਜ਼ਰੂਰ ਰੱਖਣ। ਚਰਚਾ ਤੋਂ ਬਿਨਾਂ ਕਦੇ ਕੋਈ ਗੱਲ ਨਹੀਂ ਹੋਇਆ ਕਰਦੀ, ਤੇ ਚਰਚਾ ਉਹਦੇ ਚ ਕਰਨ ਦਾ ਪਲੇਟਫਾਰਮ ਇਹਨਾਂ ਕੋਲ ਹੈਗਾ। ਔਰ ਨਾਲ ਮੈਂ ਇਹਨਾਂ ਨੂੰ ਇਹ ਵੀ ਪ੍ਰਾਰਥਨਾ ਕਰੂੰਗਾ ਕਿ ਜਿਹੜੇ ਫਾਰਮਰ ਸੁਸਾਈਡ ਵਿਕਟਮ ਫੈਮਲੀਜ਼ ਨੇ, ਉਹਨਾਂ ਤੇ ਇਹਨਾਂ ਦੀਆਂ ਇਹਨਾਂ ਡਿਮਾਂਡਸ ਨਾਲ ਕੁਝ ਨਹੀਂ ਹੋਣ ਵਾਲਾ। ਉਹਨਾਂ ਲਈ ਅਲੱਗ ਤੋਂ ਕੋਈ ਨੀਤੀ ਬਣਾਉਣ ਦੀ, ਉਹਨਾਂ ਲਈ ਅਲੱਗ ਤੋਂ ਕੋਈ ਸਹਾਇਕ ਧੰਦੇ ਕਰਨ ਦੀ, ਕਿਉਂਕਿ 2-2 ਬਿੱਗੇ ਜ਼ਮੀਨ ਤੇ ਉਹਨਾਂ ਦਾ ਗੁਜ਼ਾਰਾ ਨਹੀਂ ਹੋਣਾ। ਉਹ ਵੀ ਬਹੁਤ ਫਾਰਮਰਸ ਦੀਆਂ ਇਸ ਵੇਲੇ ਮੇਰਾ ਖਿਆਲ 10-12 ਹਜ਼ਾਰ ਫੈਮਲੀਜ਼ ਨੇ ਪੰਜਾਬ 'ਚ ਜਿਹੜੇ ਸੁਸਾਈਡ ਵਿਕਟਮ ਨੇ, ਤੇ ਉਹਨਾਂ ਲਈ ਵੀ ਇੱਕ ਅਲੱਗ ਤੋਂ ਉਸੇ ਪਲੇਟਫਾਰਮ ਤੇ ਗੱਲ ਕਰਨ। ਉਹ ਜ਼ਰੂਰ ਗੱਲ ਚੱਕਣੀ ਚਾਹੀਦੀ ਆ, ਕਿਉਂਕਿ ਉਹ ਤਾਂ ਵੌਇਸਲੈਸ ਨੇ, ਉਹ ਤਾਂ ਆਰਮਲੈਸ ਨੇ, ਉਹ ਗਰੀਬ ਨੇ ਬਹੁਤ, ਗੁਰਬਤ ਦੀ। ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਸਮਝ ਗਿਆ ਇਸ ਵੇਲੇ, ਪਰ ਕਿਉਂਕਿ ਮਸਲਾ ਜਿਹੜਾ ਹੈਗਾ ਉਹ ਕਾਨੂੰਨੀ ਗਰੰਟੀ ਦੇ ਵਿਚਕਾਰ ਅਟਕਿਆ ਹੋਇਆ, ਇਸ ਕਰਕੇ ਜਥੇਬੰਦੀਆਂ ਆਪਣੇ ਸਟੈਂਡ ਤੇ ਨੇ, ਸਰਕਾਰ ਆਪਣੇ ਸਟੈਂਡ ਤੇ ਹੈ। ਧੰਨਵਾਦ ਡੱਲੇਵਾਲ ਸਾਹਿਬ ਔਰ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਰੱਖਣ ਦੇ ਲਈ। ਸੋ ਅੱਜ ਦਾ ਜਿਹੜਾ ਪ੍ਰੋਟੈਸਟ ਸੀ, ਹਾਲਾਂਕਿ ਉਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਸ਼ਾਮਲ ਨਹੀਂ ਹੋਈਆਂ, ਕੁਝ ਜਥੇਬੰਦੀਆਂ ਵੱਲੋਂ ਇਹ ਕਾਲ ਦਿੱਤੀ ਗਈ ਸੀ, ਪਰ ਆਪਸ ਦੇ ਵਿੱਚ ਵੀ ਤਾਲਮੇਲ ਦੀ ਕਮੀ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਵਿੱਚ ਕੋਆਰਡੀਨੇਸ਼ਨ ਦੀ ਕਮੀ ਰਹੀ ਹੈ। ਕਈ ਜਥੇਬੰਦੀਆਂ ਕਹਿ ਰਹੀਆਂ ਨੇ, ਖਾਸ ਕਰਕੇ ਜਿਹੜੀਆਂ SKM ਦੀਆਂ ਜਿਹੜੀਆਂ ਨਾਨ ਪੋਲੀਟੀਕਲ ਆਪਣੇ ਆਪ ਨੂੰ ਕਹਿੰਦੀਆਂ ਨੇ, ਉਹ ਕਹਿ ਰਹੇ ਆ ਕਿ ਅਸੀਂ ਅੱਜ ਸ਼ਹੀਦ ਊਧਮ ਸਿੰਘ ਦੇ ਦਿਹਾੜੇ ਕਰਕੇ ਅਸੀਂ ਅੱਜ ਦੇ ਦਿਨ ਪ੍ਰੋਟੈਸਟ ਨਹੀਂ ਰੱਖਿਆ ਕਿ ਖੱਜਲ ਖੁਆਰੀ ਨਾ ਹੋਵੇ। ਪਰ ਕਈ ਜਥੇਬੰਦੀਆਂ ਨੇ ਇਹ ਪ੍ਰੋਟੈਸਟ ਰੱਖੇ ਨੇ। ਮੰਗ ਸਭ ਦੀ ਸਾਂਝੀ ਹੈ, ਉਹਨਾਂ ਦੇ ਆਪਸ 'ਚ ਮਤਭੇਦ ਹੋ ਸਕਦੇ ਨੇ, ਪਰ ਮੰਗ ਜਿਹੜੀ ਆ ਉਹ ਇੱਕੋ ਹੀ ਹੈ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦੀ ਵਾਪਸ ਆਉਣੇ।